ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੂਸਰੀ ਕਲਾਸ ਵਿੱਚ ਜੁੜ ਚੁੱਕੇ ਹਾਂ ਤੇ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਸਪੀਕਰ ਦੀ ਆਵਾਜ਼ ਕਰ ਦਿਓ। ਜੇ ਇਤਿਹਾਸ ਬੋਲਣ ਤੋਂ ਪਹਿਲਾਂ ਕਿਸੇ ਨੇ ਗੁਰਬਾਣੀ ਬਾਰੇ ਕੋਈ ਆਪਣਾ ਸਵਾਲ ਕਰਨਾ ਹੈ ਤੇ ਉਹ ਆਪਣਾ ਜਿਹੜਾ ਮਾਈਕ ਆ ਉਹ ਅਨਮਿਊਟ ਕਰਕੇ ਉਹ ਸਵਾਲ ਪੁੱਛ ਸਕਦਾ ਹੈ। ਜੇ ਕਿਸੇ ਨੇ ਸਵਾਲ ਪੁੱਛਣਾ ਵਾ ਤੇ ਉਹ ਗੁਰਸਿੱਖ ਪਿਆਰਾ ਜਿਹੜਾ ਵਾ ਸਵਾਲ ਪੁੱਛ ਸਕਦਾ ਹੈ। ਉਸ ਤੋਂ ਬਾਅਦ ਅਸੀਂ ਦੂਜੀ ਕਲਾਸ ਫਿਰ ਸ਼ੁਰੂ ਕਰ ਲੈਣੀ ਹੈ। ਮੈਂ ਫਿਰ ਬੇਨਤੀ ਕਰਾਂਗਾ ਜਿੰਨੇ ਵੀ ਵੀਰ ਜੁੜ ਚੁੱਕੇ ਨੇ, ਕਿਸੇ ਦੇ ਮਨ ਵਿੱਚ ਕੋਈ ਸਵਾਲ ਹੋਵੇ ਤੇ ਉਹ ਕਰ ਸਕਦਾ ਹੈ ਆਪਣੇ ਮਾਈਕ ਨੂੰ ਅਨਮਿਊਟ ਕਰਕੇ। ਤੇ ਜੇ ਨਹੀਂ ਤੇ ਫਿਰ ਅਸੀਂ ਅਗਲੀ ਕਲਾਸ ਜਿਹੜੀ ਆ ਉਹ ਸ਼ੁਰੂ ਕਰੀਏ। ਅੱਜ ਦਾ ਜਿਹੜਾ ਇਤਿਹਾਸ ਹੈ, ਸ਼ਹੀਦੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ, ਬੜੀ ਮਹਾਨ ਸ਼ਹੀਦੀ ਹੈ। ਉਸ ਸਮੇਂ ਦੀ ਸ਼ਹਾਦਤ ਹੈ ਜਦੋਂ ਮੁਗਲ ਹਕੂਮਤ ਨੇ ਜਿਹੜਾ ਵਾ ਉਹ ਇਹ ਐਲਾਨ ਕਰ ਦਿੱਤਾ ਕਿ ਅਸੀਂ ਸਾਰੀ ਸਿੱਖ ਕੌਮ ਖਤਮ ਕਰ ਦਿੱਤੀ ਹੈ। ਤੇ ਜੇ ਕੋਈ ਨਜ਼ਰ ਵੀ ਆਉਂਦਾ ਸੀ ਤੇ ਉਹ ਬੋਲਦਾ ਨਹੀਂ ਸੀ। ਇਹ ਬੜਾ ਵੱਡਾ ਇਤਿਹਾਸ ਹੈ ਸਿੱਖ ਕੌਮ ਦਾ ਅੱਜ ਦੇ ਦਿਨ ਦਾ, ਜਿਸ ਵਿੱਚ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜੀ ਉਹਨਾਂ ਨੇ ਲਾਸਾਨੀ ਸ਼ਹਾਦਤ ਦਿੱਤੀ। ਇਸ ਸ਼ਹਾਦਤ ਨੂੰ ਜਿਹੜਾ ਵਾ ਗਿਆਨੀ ਪਰਮਜੀਤ ਸਿੰਘ ਜੀ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਜੀ ਦੇ ਨਾਲ ਅੱਜ ਦੇ ਇਸ ਇਤਿਹਾਸ ਦੀ ਸਾਂਝ ਬਣਾਉਣ ਤਾਂ ਕਿ ਅੱਜ ਦਾ ਜਿਹੜਾ ਇਹ ਲਾਸਾਨੀ ਸ਼ਹਾਦਤ ਦਿਵਸ ਹੈ, ਸ਼ਹੀਦੀ ਦਿਵਸ ਹੈ, ਉਹਦੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਜਾ ਸਕੇ। ਸੋ ਆਓ ਬੜੇ ਪਿਆਰ ਦੇ ਨਾਲ ਗਿਆਨੀ ਪਰਮਜੀਤ ਸਿੰਘ ਉਹਨਾਂ ਨੂੰ ਸਰਵਣ ਕਰਦੇ ਹਾਂ ਜੀ। ਦਾਸ ਵੱਲੋਂ ਇੱਥੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਸੋ ਵਿਚਾਰ ਇਹ ਸੀ ਕਿ ਨਾਲ ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਵੀ ਆਪ ਜੀ ਨਾਲ ਜ਼ਰੂਰ ਸਾਂਝਾ ਕੀਤਾ ਜਾਏ, ਕਿਉਂਕਿ ਸਕਰੀਨ ਅਸੀਂ ਸ਼ੇਅਰ ਕੀਤੀ ਹੋਈ ਹੈ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਜੀ ਦੀ ਇੱਕ ਕਾਲਪਨਿਕ ਫੋਟੋ ਹੈ। ਇਹ ਨਾਲ ਤਾਂ ਸ਼ੇਅਰ ਕੀਤੀ ਹੈ ਕਿ ਥੋੜਾ ਜਿਹਾ ਧਿਆਨ ਇਸ ਪਾਸੇ ਜੁੜਿਆ ਰਵੇ, ਕਿਉਂਕਿ ਜਦੋਂ ਖਾਲਸਾ ਸਾਜਿਆ ਗਿਆ ਤੇ ਖਾਲਸਾ ਸਾਜਿਆ ਹੀ ਖੰਡੇ ਦੀ ਧਾਰ ਦੇ ਵਿੱਚੋਂ ਗਿਆ ਸੀ। ਉਹ ਵੀ ਦੋ ਧਾਰਾ ਖੰਡਾ ਹੈ, ਦੋ ਧਾਰਾ। ਖਾਲਸਾ ਸਾਜਣ ਤੋਂ ਉਪਰੰਤ ਬੜਾ ਕੁਝ ਇਤਿਹਾਸ ਦੇ ਅੰਦਰ ਵਾਪਰਿਆ। 1708 ਈਸਵੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਰੀਰਕ ਤੌਰ ਤੇ ਜਾਣਾ। ਉਸ ਤੋਂ ਬਾਅਦ ਸਿੱਖਾਂ ਨੇ ਘਰ ਘਾਟ ਛੱਡ ਕੇ ਜੰਗਲਾਂ ਦੇ ਅੰਦਰ ਆਪਣੇ ਟਿਕਾਣੇ ਕਰ ਲੈਣੇ। ਤੇ ਬੜੀ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਜਿਹੜੇ ਲਾਹੌਰ ਦੇ ਜ਼ਿਆਦਾਤਰ ਜਿਹੜੇ ਗਵਰਨਰ ਸਨ ਨਾ, ਉਹਨਾਂ ਨੂੰ ਆਦੇਸ਼ ਇਹ ਮਿਲਦੇ ਸੀ ਕਿ ਇਹ ਜਿਹੜੀ ਸਿੱਖ ਕੌਮ ਹੈ ਨਾ, ਇਹਨੂੰ ਆਪਾਂ ਸਦਾ ਦੇ ਵਾਸਤੇ ਖਤਮ ਕਰ ਦੇਣਾ ਹੈ। ਸਿੱਖਾਂ ਦਾ ਜਿਹੜਾ ਖੁਰਾ ਖੋਜ ਉਹ ਮਿਟਾਉਣਾ ਹੈ। ਘੱਲੂਘਾਰੇ ਵੀ ਹੋਏ ਇਸੇ ਵਾਸਤੇ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਤੀਸਰਾ ਘੱਲੂਘਾਰਾ ਸੀ ਜਿਹੜਾ ਉਹ ਗਿਣਦੇ ਹਾਂ 1984 ਵਾਲਾ। ਉਦੋਂ ਵੀ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਉਹ ਕੀਤੀ ਗਈ। ਇਹੋ ਜਿਹੇ ਹਾਲਾਤ ਇਸ ਦੇਸ਼ ਦੇ ਅੰਦਰ ਬਣਾਏ ਗਏ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਜਿਹੜੇ ਉਹ ਪਾ ਦਿੱਤੇ ਗਏ ਕਿ ਇਹ ਖਤਮ ਕਰਨ ਦਾ ਇੱਕ ਤਰੀਕਾ ਸੀ ਕਿ ਲੋਕਾਂ ਦੇ ਅੰਦਰ ਲਾਲਚ ਭਰ ਦਿੱਤਾ ਜਾਏ ਕਿ ਸਿੱਖ ਖਤਮ ਤਾਂ ਹੀ ਹੋਣਗੇ
ਜੇ ਉਹਨਾਂ ਦੇ ਸਿਰ ਦੇ ਉੱਤੇ ਇਨਾਮ ਰੱਖ ਦਿੱਤਾ ਜਾਏ, ਇੱਕ ਮੋਹਰ ਇਨਾਮ ਰੱਖ ਦਿੱਤੀ ਗਈ ਕਿ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਏਗਾ ਉਹਨੂੰ ਧਨ ਦੌਲਤ ਜਿਹੜੀ ਹੈ ਉਹ ਦਿੱਤੀ ਜਾਏਗੀ। ਸਮਾਂ ਨਿਕਲਦਾ ਗਿਆ, ਮੈਂ ਇੱਕ ਵੀ ਤੁਹਾਨੂੰ ਦੱਸਦਾ ਜਾਵਾਂ ਕਿ ਇੱਕ ਦੋ ਵਾਰ ਨਹੀਂ, ਬੜੀ ਵਾਰ ਇਸ ਹਿੰਦੁਸਤਾਨ ਦੇ ਅੰਦਰ ਇਹ ਐਲਾਨ ਵੀ ਕੀਤਾ ਗਿਆ ਕਿ ਸਿੱਖ ਜਿਹੜੇ ਨੇ ਨਾ ਉਹ ਬਿਲਕੁਲ ਇਸ ਧਰਤੀ ਦੇ ਉੱਪਰੋਂ ਖਤਮ ਕਰ ਦਿੱਤੇ ਗਏ ਨੇ। ਹੁਣ ਮੈਂ ਇਸ ਗੱਲ ਵੱਲ ਆਵਾਂ, ਜਿਹੜਾ ਆਪਾਂ ਅੱਜ ਇਤਿਹਾਸ ਸੁਣਾਉਣ ਜਾ ਰਿਹਾ। ਮੈਂ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਦੇ ਇਸ ਧਰਤੀ ਤੇ, ਆਪਣੇ ਦੇਸ਼ ਤੇ, ਭਾਰਤ ਤੇ ਹਮਲਾ ਕੀਤਾ, ਨਾਦਰ ਸ਼ਾਹ ਨੇ ਜਨਵਰੀ 1739 ਵਿੱਚ ਪਹਿਲਾ ਹਮਲਾ ਆਪਣਾ ਕੀਤਾ ਸੀ। ਉਦੋਂ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਸੀ। ਥੋੜਾ ਜਿਹਾ ਅਸੀਂ ਤਾਂ ਹੀ ਇਹ ਬੇਨਤੀ ਕਰਦੇ ਹੁੰਦੇ ਹਾਂ ਕਿ ਪੈਨ ਤੇ ਕਾਪੀ ਕੋਲ ਰੱਖਿਆ ਕਰੋ, ਨੋਟ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। 1739 ਵਿੱਚ ਪਹਿਲਾ ਹਮਲਾ ਨਾਦਰ ਸ਼ਾਹ ਨੇ ਕੀਤਾ। ਉਦੋਂ ਨਾ ਮੁਹੰਮਦ ਸ਼ਾਹ ਰੰਗੀਲਾ ਸੀ ਦਿੱਲੀ ਦਾ ਬਾਦਸ਼ਾਹ। ਉਦੋਂ 5 ਮਹੀਨੇ ਨਾਦਰ ਸ਼ਾਹ ਜਿਹੜਾ ਹੈ ਉਹ ਦਿੱਲੀ ਵਿੱਚ ਰਿਹਾ। 5 ਮਹੀਨੇ ਸਿੱਖਾਂ ਨੇ ਉਸ ਵੇਲੇ ਆਪਣੇ ਜਿਹੜੇ ਮੁਖਬਰ ਸਨ, ਜਿਹੜੇ ਦੁਸ਼ਮਣ ਸਨ, ਮਤਲਬ ਜਿਹੜੇ ਸਿੱਖਾਂ ਨੂੰ ਮਿਟਾਉਣਾ ਚਾਹੁੰਦੇ ਸਨ, ਉਹਨਾਂ ਤੋਂ ਬਦਲੇ ਵੀ ਸਿੱਖਾਂ ਨੇ ਲਏ। ਜਦੋਂ 5 ਮਹੀਨਿਆਂ ਬਾਅਦ ਨਾਦਰ ਸ਼ਾਹ ਦਿੱਲੀ ਤੋਂ ਵਾਪਸ ਜਾ ਰਿਹਾ ਹੈ ਨਾ, ਸ਼ਾਹੀ ਸੜਕ ਤੋਂ ਲੰਘ ਰਿਹਾ ਹੈ, ਤੇ ਸਿੱਖਾਂ ਨੇ ਨਾਦਰ ਸ਼ਾਹ ਨੂੰ ਬੜੀ ਚੰਗੀ ਤਰ੍ਹਾਂ ਲੁੱਟਿਆ ਵੀ। ਜਿਹੜਾ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਜਾ ਰਿਹਾ ਹੈ, ਉਹਨੂੰ ਸਿੱਖਾਂ ਨੇ ਲੁੱਟ ਲਿਆ। ਇੱਕ ਜਨਰਲ ਗਾਰਡਨ ਹੋਏ ਨੇ, ਉਹਨਾਂ ਦੀ ਬੁੱਕ ਮੈਂ ਪੜ੍ਹ ਰਿਹਾ ਸੀ, ਮੈਨੂੰ ਸ਼ਾਇਦ ਯਾਦ ਹੈ 58 ਨੰਬਰ ਪੇਜ ਦੇ ਉੱਤੇ ਉਹਨੇ ਕੁਝ ਬਿਆਨ ਕੀਤੇ ਹਾਲਾਤ ਦੇ ਬਾਰੇ। ਸਿੱਖਾਂ ਨੇ ਬੜੇ ਹਮਲੇ ਕੀਤੇ ਤੇ ਨਾਦਰ ਸ਼ਾਹ ਜਿਹੜਾ ਨਾ ਇਹ ਜ਼ਕਰੀਆ ਖਾਨ ਦੇ ਕੋਲ ਗਿਆ। ਨਾਦਰ ਸ਼ਾਹ ਨੇ, ਲਾਹੌਰ ਦਾ ਗਵਰਨਰ ਸੀ ਜ਼ਕਰੀਆ ਖਾਨ, ਨਾਦਰ ਸ਼ਾਹ ਜ਼ਕਰੀਆ ਖਾਨ ਦੇ ਕੋਲ ਗਿਆ। ਉਹਨੇ ਜਿਹੜੇ ਗੱਲਬਾਤ ਕੀਤੀ ਨਾ, ਉਹਨੇ ਆਖਿਆ ਕਿ ਕੁਝ ਜੰਗਲੀ ਲੋਕ ਨੇ, ਇਹ ਧਿਆਨ ਨਾਲ ਸੁਣਿਓ, ਉਹਨੇ ਆਖਿਆ ਕੁਝ ਜੰਗਲੀ ਲੋਕ ਨੇ, ਲੰਮੇ ਲੰਮੇ ਉਹਨਾਂ ਦੇ ਵਾਲ ਨੇ, ਜਿਹੜੇ ਉਹਦੇ ਲਫ਼ਜ਼ ਸਨ, ਇਹਨਾਂ ਬੜੀ ਦਲੇਰੀ ਦੇ ਨਾਲ ਮੇਰਾ ਮੁਕਾਬਲਾ ਕੀਤਾ, ਮੇਰੇ ਤੇ ਇਹਨਾਂ ਨੇ ਹਮਲੇ ਕੀਤੇ। ਇਹ ਕੌਣ ਨੇ ਤੇ ਮੈਂ ਚਾਹੁੰਦਾ ਵੀ ਤੂੰ ਇਹਨਾਂ ਦੇ ਜਿਹੜੇ ਘਰ ਘਾਟ ਨੇ ਨਾ ਉਹ ਤਬਾਹ ਕਰ ਦੇ। ਜ਼ਕਰੀਆ ਖਾਨ ਨੇ ਅੱਗੋਂ ਜਵਾਬ ਦਿੱਤਾ ਸੀ, ਆਖਿਆ ਸੀ ਨਾਦਰ ਸ਼ਾਹ ਬਾਦਸ਼ਾਹ, ਇਹ ਤੇ ਇਹਨਾਂ ਦੇ ਘਰ, ਤੂੰ ਕਹਿੰਦਾ ਇਹਨਾਂ ਦੇ ਘਰ ਤਬਾਹ ਕਰ ਦਈਏ, ਇਹਨਾਂ ਦੇ ਪਿੰਡ ਖਤਮ ਕਰ ਦਈਏ, ਇਹਨਾਂ ਦੇ ਘਰ ਤੇ ਘੋੜਿਆਂ ਦੀਆਂ ਕਾਠੀਆਂ ਤੇ ਨੇ। ਇਹ ਮੈਂ ਪਹਿਲੋਂ ਸੁਣਾਉਣਾ ਪਏਗਾ ਕਿਉਂਕਿ ਫਿਰ ਹੀ ਇਹ ਗੱਲ ਆਏਗੀ ਵੀ ਕੀ ਕੁਝ ਬਣਿਆ ਸੀ। ਉਹਨੇ ਜਿਹੜੇ ਬੋਲ ਕਹੇ ਸਨ ਨਾ, ਆਖਿਆ ਸੀ, ਬੜੇ ਗੱਲਾਂ ਬਾਤਾਂ ਹੋਈਆਂ, ਬੜਾ ਕੁਝ ਹੋਇਆ। ਉਹਨੇ ਪੁੱਛਿਆ ਸੀ ਕੌਣ ਨੇ, ਦੱਸਿਆ ਘਰ ਘਾਟ। ਫਿਰ ਇਹਨਾਂ ਨੇ ਜ਼ਕਰੀਆ ਖਾਨ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ ਸੀ, ਆਖਿਆ ਸੀ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਆਬੇ ਹਯਾਤ ਦਾ ਅਰਥ ਹੈ ਅੰਮ੍ਰਿਤ। ਕਹਿੰਦਾ ਮੈਂ ਵੇਖਿਆ ਕਿ ਜਿਹੜਾ ਆਬੇ ਹਯਾਤ ਪੀਣ ਨਾਲ ਨਾ ਬੁਜ਼ਦਿਲ ਵੀ ਜਿਹੜੇ ਨੇ ਉਹ ਵੀ ਸੂਰਮੇ ਬਣ ਜਾਂਦੇ ਨੇ। ਚਲੋ ਗੱਲਬਾਤ ਹੋਈ ਵੀ ਉਹ ਸ਼ੇਰ ਬਣਦੇ ਨੇ, ਬੜੀਆਂ ਸਿਫਤਾਂ ਇਹਨੇ ਖੈਰ ਕੀਤੀਆਂ ਨਾਦਰ ਸ਼ਾਹ ਦੇ ਅੱਗੇ ਸਿੱਖਾਂ ਦੀਆਂ, ਜ਼ਕਰੀਆ ਖਾਨ ਨੇ, ਕਿ ਦੁੱਖ ਸੁੱਖ ਨੂੰ ਵੀ ਬਰਾਬਰ ਸਮਝਦੇ ਨੇ, ਅਸੀਂ ਮਾਰ ਮਾਰ ਕੇ ਥੱਕ ਗਏ ਹਾਂ। ਜਿੰਨਾ ਜ਼ਕਰੀਆ ਖਾਨ ਕਹਿੰਦਾ ਵੀ ਜਿੰਨਾ ਅਸੀਂ ਇਹਨਾਂ ਨੂੰ ਮਾਰਦੇ ਆ ਨਾ, ਇਹ ਉਵੇਂ ਵੱਧਦੇ ਜਾਂਦੇ ਨੇ। ਵੇਖੋ ਜ਼ਕਰੀਆ ਖਾਨ, ਮੀਰ ਮੰਨੂ, ਬੜੇ ਇਹਨਾਂ ਨੇ ਜ਼ੁਲਮ ਜਿਹੜੇ ਉਹ ਸਿੱਖਾਂ ਦੇ ਉੱਤੇ ਕੀਤੇ। ਤੇ ਮੀਰ ਮੰਨੂ ਵੇਲੇ ਤਾਂ ਸਿੱਖ ਕਹਿਣ ਹੀ ਲੱਗ ਪਏ ਸਨ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਜਿਵੇਂ ਜਿਵੇਂ ਮੰਨੂ ਦਾਤਰੀ ਹੈ ਕਹਿੰਦੇ ਸਾਡੇ ਲਈ, ਮੀਰ ਮੰਨੂ ਨੂੰ ਮੰਨੂ ਕਿਹਾ ਇੱਥੇ, ਕਿ ਜਿਵੇਂ ਜਿਵੇਂ ਉਹ ਸਾਨੂੰ ਵੱਢਦਾ ਜਾਂਦਾ ਨਾ, ਅਸੀਂ ਦੂਣੇ ਚੌਣੇ ਹੋਰ ਹੁੰਨੇ ਜਾਂਦੇ ਹਾਂ। ਉਹ ਵੱਢ ਕੇ ਖਤਮ ਕਰਨਾ ਚਾਹੁੰਦਾ ਹੈ ਪਰ ਅਸੀਂ ਖਤਮ ਹੀ ਨਹੀਂ ਹੋ ਰਹੇ। ਇਹ ਵੀ ਜ਼ਕਰੀਆ ਖਾਨ ਕਹਿੰਦਾ ਸੀ ਮਾਰ ਮਾਰ ਥੱਕ ਗਏ, ਇਹ ਮਰਦੇ ਹੀ ਨਹੀਂ, ਪਤਾ ਨਹੀਂ, ਸਮਝ ਨਹੀਂ ਆ ਰਹੀ ਇਹਨਾਂ ਨੂੰ ਮਰਨ ਦਾ, ਇਹਨਾਂ ਨੂੰ ਮੌਤ ਦਾ ਚਾਅ ਹੀ ਬੜਾ ਹੈ। ਨਾਦਰ ਸ਼ਾਹ ਨੇ ਸੁਣਿਆ ਤੇ ਇੱਕ ਬੋਲ ਬੜੇ ਕਮਾਲ ਦਾ ਨਾਦਰ ਸ਼ਾਹ ਨੇ ਕਿਹਾ ਸੀ, ਕਹਿੰਦਾ ਸੀ ਜ਼ਕਰੀਆ ਖਾਨ ਜੇ ਤੂੰ ਸੱਚ ਕਹਿ ਰਿਹਾ ਹੈ ਨਾ ਤੇ ਮੇਰੀ ਗੱਲ ਜਾਣ ਲਾ, ਆਉਣ ਵਾਲੇ ਸਮੇਂ ਦੇ ਅੰਦਰ ਇਹ ਇਸ ਹਿੰਦੁਸਤਾਨ ਦੇ ਬਾਦਸ਼ਾਹ ਬਣਨਗੇ, ਇਸ ਦੇਸ਼ ਦੀ ਵਾਗਡੋਰ ਸੰਭਾਲਣਗੇ। ਇਹਦੇ ਬਾਰੇ ਨਾ ਗਿਆਨੀ ਗਿਆਨ ਸਿੰਘ ਨੇ ਵੀ ਕਾਫੀ ਕੁਝ ਲਿਖਿਆ ਹੈ। ਨਵੀਨ ਪੰਥ ਪ੍ਰਕਾਸ਼ ਦੇ ਵਿੱਚ, ਪੰਥ ਪ੍ਰਕਾਸ਼ ਦੇ ਅਧਿਆਏ ਸ਼ਾਇਦ 74 ਹੈ, ਜਿੱਥੇ ਲਿਖਿਆ
काफी कोई लिखिया है, गाम किसी में सो न बसे हैं, रात कितै दिन कितै बितै हैं, जात गोत कुल क्रिया नाम कर्म धर्म पिता माता काम, पिछले सो तज देत तमाम, जब कोई मजहब इनों का गै है, वाहे गुरु की फतेह गजै है। ਉਹ ਦੱਸ ਰਿਹਾ ਹੈ ਕਿ ਜਦੋਂ ਕੋਈ ਇਹਨਾਂ ਦਾ ਮਜ਼ਹਬ, ਇਹਨਾਂ ਦਾ ਧਰਮ ਅਖਤਿਆਰ ਕਰਦਾ ਹੈ, ਧਰਮ ਵਿੱਚ ਆਉਂਦਾ ਹੈ ਤੇ ਵਾਹਿਗੁਰੂ ਕੀ ਫਤਿਹ ਬੁਲਾਉਂਦੇ ਨੇ। ਪਿਛਲਾ ਭੇਸ ਦੇਤ ਉਤਰਿਆ ਹੈ, ਕੱਛ ਕਿਰਪਾਨ ਕੇਸ ਰੱਖ ਵੈ ਹੈ। ਗਿਆਨੀ ਗਿਆਨ ਸਿੰਘ ਨੇ ਲਿਖਿਆ ਵੀ ਜਿਹੜਾ ਪਿਛਲਾ ਭੇਖ ਪਹਿਰਾਵਾ ਹੁੰਦਾ ਸੀ ਉਹਨੂੰ ਉਤਾਰ ਕੇ ਤੇ ਕੱਛ ਕਿਰਪਾਨ ਕਸ਼ਹਿਰਾ ਕਿਰਪਾਨ ਜਿਹੜੇ 5 ਕੱਕੇ ਉਹਨੂੰ ਧਾਰ ਲੈਂਦੇ ਨੇ। ਇੱਕ ਅਕਾਲ ਕੀ ਕਰਤ ਬੰਦਗੀ ਸ਼ਸਤਰ ਵਿਦਿਆ ਬਹੁ ਪਸੰਦਗੀ, ਮਤਲਬ ਇੱਕ ਅਕਾਲ ਪੁਰਖ ਦੀ ਇਹ ਬੰਦਗੀ ਕਰਦੇ ਨੇ। ਇਹ ਮੈਂ ਫਿਰ ਦੁਬਾਰਾ ਦੱਸ ਦਿਆਂ ਕਿ ਜੋ ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਕਹਿ ਰਿਹਾ ਹੈ ਨਾ, ਉਹ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ, ਜਿਵੇਂ ਉਹ ਹੂਬਹੂ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਸੁਣਾ ਰਿਹਾ ਵੀ ਇੱਕ ਅਕਾਲ ਪੁਰਖ ਦੀ ਇਹ ਬੰਦਗੀ ਕਰਦੇ ਨੇ ਤੇ ਸ਼ਸਤਰ ਵਿਦਿਆ ਇਹਨਾਂ ਨੂੰ ਬੜੀ ਪਸੰਦ ਹੈ, ਸ਼ਸਤਰ ਬੜੇ ਪਸੰਦ ਕਰਦੇ ਨੇ। ਇੱਕ ਅਕਾਲ ਕੀ ਕਰਤ ਬੰਦਗੀ ਸ਼ਸਤਰ ਵਿਦਿਆ ਬਹੁਤ ਪਸੰਦਗੀ। ਆਖਦੇ ਨੇ ਨਾਮ ਸਿੰਘ ਬਨ ਮਜ਼ਹਬ ਖਾਲਸਾ, ਛੋੜ ਦੇਤ ਸਭ ਜਗਤ ਲਾਲਸਾ। ਨਾਮ ਨਾਲ ਸਿੰਘ ਲਾ ਲੈਂਦੇ ਨੇ ਤੇ ਮਜ਼ਹਬ ਇਹਨਾਂ ਦਾ ਜਿਹੜਾ ਉਹ ਖਾਲਸਾ ਹੈ, ਖਾਲਸਾ ਆਪਣੇ ਆਪ ਨੂੰ ਕਹਾਉਂਦੇ ਨੇ ਤੇ ਜਗਤ ਦੀ ਲਾਲਸਾ ਛੱਡ ਦਿੰਦੇ ਨੇ। ਮਤਲਬ ਧਨ ਦੌਲਤ ਘਰ ਘਾਟ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ, ਇਹਨਾਂ ਦੇ ਅੰਦਰ ਕੋਈ ਅਸਲ ਤਿਆਗੀ ਹੀ ਇਹਨੂੰ ਕਿਹਾ ਗਿਆ। ਉਹ ਜਿਹੜੇ ਪਹਿਲੋਂ ਤਿਆਗੀ ਬਣਦੇ ਸਨ ਉਹ ਨਹੀਂ, ਅਸਲ ਤਿਆਗ ਇਹ ਹੈ ਜਿਹੜਾ ਖਾਲਸੇ ਨੇ ਕੀਤਾ। ਸਿਰ ਪਰ ਚੱਕਰ ਕਰਦਾ ਤੋੜੈ, ਔਰੈ ਸ਼ਸਤਰ ਰਖਤ ਨਾ ਥੋੜੇ। ਇਹਦੇ ਸਿਰ ਤੇ ਚੱਕਰ ਸਜਾਉਂਦੇ ਨੇ, ਉਹ ਦੱਸ ਰਿਹਾ ਸਾਰਾ ਕੁਝ। ਸ਼ਸਤਰ ਆਪਣੇ ਕੋਲ ਰੱਖਦੇ ਨੇ, ਥੋੜੇ ਨਹੀਂ ਬਹੁਤ। ਪੇਟੀ ਟੋਪ ਸੰਜੋਏ ਚਰਾਨੇ, ਮਨ ਮਨ ਲੋਹਾ ਰਖਤ ਮਹਾਨੇ। ਵੀ ਮਨ ਮਨ ਲੋਹਾ ਕਹਿਣ ਦਾ ਭਾਵ ਏ ਵੀ ਚੰਗੇ ਸ਼ਸਤਰ, ਮਜ਼ਬੂਤ ਸ਼ਸਤਰ ਆਪਣੇ ਕੋਲ ਇਹ ਰੱਖਦੇ ਨੇ। ਫਿਰ ਵੀ ਦੌੜੇ ਦੇਤ ਨਾ ਡਾਹੈ, ਬਣ ਮੈਂ ਮਿਰਗਨ ਸਾਮ ਧਸ ਜਾ ਹੈ। ਕਹਿੰਦੇ ਇੰਨਾ ਭਾਰ ਲੈ ਕੇ ਨਾ ਫਿਰ ਵੀ ਜਦੋਂ ਅਸੀਂ ਪਿੱਛਾ ਕਰਦੇ ਆ ਨਾ ਤੇ ਜੰਗਲ ਵਿੱਚ ਹਿਰਨ ਦੀ ਤਰ੍ਹਾਂ ਇਹ ਦੌੜ ਦੌੜ ਜਾਂਦੇ ਨੇ। ਕਹਿਣ ਦਾ ਭਾਵ ਇਹ ਵੈਸੇ ਕਾਫੀ ਇਹ ਲੰਮਾ ਹੈ, ਮੈਂ ਥੋੜਾ ਜਿਹਾ ਤੁਹਾਨੂੰ ਸੁਣਾ ਰਿਹਾ। ਬੜਾ ਕੁਛ ਉਹਨੇ ਲਿਖਿਆ। ਧਾਵਾ ਮਾਰਤ ਕੋਸ ਪਚਾਸਕ ਲੇਲੀ ਲੜਾਈ ਕੇ, ਬੜ ਆਸ਼ਕ ਸੋਬਤ ਫਿਰਤੇ ਤੁਰਤੇ ਖੈ ਹੈ, ਪੀਠ ਲਗਾਏ ਨਾ ਧਰ ਪਰ ਪੈ ਹੈ। ਕਾਫੀ ਕੁਛ ਇਹਨੇ ਲਿਖਿਆ ਹੈ, ਮੈਂ ਇਹਦੇ ਅਰਥ ਜ਼ਿਆਦਾ ਨਹੀਂ ਕਰਾਂਗਾ। ਹੁਣ ਜਦੋਂ ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਇਹ ਸਾਰਾ ਕੁਝ ਸਮਝਾ ਰਿਹਾ ਹੈ, ਦੱਸ ਰਿਹਾ ਹੈ ਸਾਰਾ ਕੁਝ ਸਿੱਖਾਂ ਦੇ ਬਾਰੇ, ਤੇ ਹੁਣ ਨਾਦਰ ਸ਼ਾਹ ਨੂੰ ਵੇਖੋ ਕਈ ਵਾਰੀ ਨਾ ਬੜੀ ਹੈਰਾਨੀ ਹੁੰਦੀ ਹੈ। ਇਹ ਸਾਰਾ ਇਤਿਹਾਸ ਜਦੋਂ ਪੜ੍ਹਦੇ ਆ ਨਾ, ਇਹ ਉਦੋਂ ਨਹੀਂ ਹੋਇਆ ਸੀ ਜਦੋਂ ਨਾਦਰ ਸ਼ਾਹ ਚਲਾ ਗਿਆ, ਹੁਕਮ ਦੇ ਗਿਆ। ਜ਼ਕਰੀਆ ਖਾਨ ਨੇ ਸਰੋਵਰ ਉਦੋਂ ਪੂਰਨ ਦਾ ਹੁਕਮ ਦਿੱਤਾ ਸੀ, ਉਦੋਂ ਹੀ ਹਰ ਪਾਸੇ ਗਸ਼ਤੀ ਫੌਜਾਂ ਨੇ ਆਪਣੀਆਂ ਛੱਡਤੀਆਂ, ਸਿੱਖਾਂ ਦੇ ਸਿਰਾਂ ਦੇ ਨਾਮ ਰੱਖ ਦਿੱਤੇ। ਸਮਾਂ ਲੰਘਦਾ ਗਿਆ, ਇੱਥੋਂ ਤੱਕ ਹਾਲਾਤ ਬਣ ਗਏ ਕਿ ਸਿੱਖ ਜਿਹੜੇ ਨੇ ਨਾ ਉਹਨਾਂ ਨੇ ਜੰਗਲਾਂ ਦੇ ਵਿੱਚ ਆਪਣੇ ਟਿਕਾਣੇ ਫਿਰ ਕਰ ਲਏ, ਪਿੰਡਾਂ ਦੇ ਵਿੱਚ ਆਉਣਾ ਬੰਦ ਕਰਤਾ। ਇਹੋ ਜਿਹਾ ਸਮਾਂ ਵੀ ਆ ਗਿਆ ਕਿ ਜ਼ਕਰੀਆ ਖਾਨ ਨੇ ਇੱਥੋਂ ਤੱਕ ਐਲਾਨ ਕਰਤਾ ਸੀ ਕਿ ਮੈਂ ਸਿੱਖ ਖਤਮ ਕਰ ਦਿੱਤੇ ਨੇ, ਸਿੱਖਾਂ ਦਾ ਖੁਰਾਕ ਖੋਜ ਜਿਹੜਾ ਉਹ ਮੈਂ ਮਿਟਾ ਦਿੱਤਾ ਹੈ, ਸਿੱਖ ਹੁਣ ਇਸ ਧਰਤੀ ਤੇ ਬਾਕੀ ਕੋਈ ਨਹੀਂ ਬਚਿਆ। ਇਹ ਜ਼ਕਰੀਆ ਖਾਨ ਨੇ ਇਹ ਗੱਲ ਕਹੀ ਸੀ। ਸਮਾਂ ਖੈਰ ਨਿਕਲਿਆ। ਇੱਧਰ ਦੋ ਗੁਰੂ ਦੇ ਸਿੱਖ ਜਿਹੜੇ ਸਨ, ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ, ਇਹ ਰਾਜਸਥਾਨ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਦੇ ਵਾਸਤੇ ਤੁਰੇ। ਚੱਲ ਪਏ ਰਾਜਸਥਾਨ ਤੋਂ ਪੰਜਾਬ ਪਹੁੰਚੇ। ਤਰਨਤਾਰਨ ਸਾਹਿਬ ਦੇ ਕੋਲ ਇਹ ਅਸਥਾਨ ਹੈ, ਭਾਈ ਬੋਤਾ ਸਿੰਘ ਗਰਜਾ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਹੈ। ਬੜੀ ਵਾਰ ਦਾਸ ਨੇ ਦੇ ਦਰਸ਼ਨ ਕੀਤੇ, ਕਿਤੇ ਸਮਾਂ ਮਿਲੇ ਤਾਂ ਦਰਸ਼ਨ ਜ਼ਰੂਰ ਕਰਿਓ। ਨੂਰਦੀਨ ਦੀ ਸਰਾਂ ਉਸ ਇਲਾਕੇ ਦਾ ਨਾਂ ਹੈ। ਖੈਰ ਇਹ ਚੱਲੇ ਜੰਗਲਾਂ ਬੇਲਿਆਂ ਵਿੱਚੋਂ ਰਾਤ ਨੂੰ ਇਹਨਾਂ ਸਫ਼ਰ ਕਰਨਾ, ਦਿਨ ਵੇਲੇ ਕਿਸੇ ਪਾਸੇ ਇੱਕ ਜਗ੍ਹਾ ਤੇ ਰੁਕ ਕੇ ਟਿਕਾਣਾ ਕਰਨਾ। ਇੱਕ ਸ਼ਾਮ ਨੂੰ ਜਦੋਂ ਇਹ ਦੋਵੇਂ ਤੁਰੇ ਨਾ, ਇਹ ਜਾ ਰਹੇ ਨੇ ਰਸਤੇ ਦੇ ਨਾਲ ਨਾਲ ਹੇਠਾਂ ਥੋੜੇ ਜਿਹੇ ਰਸਤੇ ਤੋਂ ਥੱਲੇ ਹੋ ਕੇ ਜਾ ਰਹੇ ਨੇ ਵੀ ਰਸਤੇ ਤੇ ਕੋਈ ਦੇਖ ਨਾ ਲਵੇ। ਦੋ ਮੁਸਲਮਾਨ ਉਧਰੋਂ ਲੰਘੇ ਤੇ ਉਹਨਾਂ ਨੇ ਨਾ ਝਾੜੀਆਂ ਵਿੱਚ ਪਰਛਾਵਾਂ ਵੇਖਿਆ ਤੇ ਇੱਕ ਕਹਿੰਦਾ ਲੱਗਦਾ ਸਿੱਖ ਨੇ, ਦੂਜਾ ਕਹਿੰਦਾ ਹੱਸ ਕੇ ਕਹਿੰਦਾ ਉਹ ਸਿੱਖ ਕਿੱਥੋਂ ਆਏ, ਸਿੱਖ ਤੇ ਖਤਮ ਕਰ ਦਿੱਤੇ, ਸਿੱਖ ਹੁਣ ਕਿੱਥੇ ਨੇ। ਨਾਲੇ ਇੱਕ ਗੱਲ ਹੋਰ ਉਹਨੇ ਕਹੀ, ਕਹਿੰਦਾ ਜੇ ਸਿੱਖ ਹੁੰਦੇ ਤਾਂ ਝਾੜੀਆਂ ਪਿੱਛੇ ਥੋੜੀ ਲੁਕੇ ਹੋਣੇ ਸੀ।
ਸਿੱਖ ਝਾੜੀਆਂ ਦੇ ਪਿੱਛੇ ਨਹੀਂ ਲੁਕਦੇ, ਸਿੱਖ ਸਾਹਮਣੇ ਆ ਕੇ ਮੁਕਾਬਲਾ ਕਰਦੇ ਨੇ। ਨਾਲੇ ਦੂਜਾ ਸੂਬਾ ਪਹਿਲਾਂ ਕਹਿੰਦਾ ਨਹੀਂ ਯਾਰ ਸੂਬੇ ਲਾਹੌਰ ਨੇ, ਜ਼ਕਰੀਆ ਖਾਨ ਨੇ ਢੰਡੋਰਾ ਪਟਵਾਇਆ ਹੈ ਕਿ ਸਿੱਖ ਮੈਂ ਬਿਲਕੁਲ ਹੀ ਖਤਮ ਕਰ ਦਿੱਤੇ ਨੇ। ਖੈਰ ਇਹ ਗੱਲਾਂ ਕਰਦੇ ਅੱਗੇ ਚਲੇ ਗਏ। ਹੁਣ ਜਦੋਂ ਇਹਨਾਂ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸੁਣਿਆ ਤੇ ਬੜੇ ਹੈਰਾਨ ਹੋਏ ਵੀ ਇਹ ਤੇ ਗੱਲ ਗਲਤ ਹੈ ਵੀ ਸਿੱਖ ਅਜੇ ਜਿਉਂਦੇ ਨੇ ਤੇ ਇਹ ਕਹਿੰਦੇ ਨੇ ਵੀ ਸਿੱਖ ਖਤਮ ਕਰ ਦਿੱਤੇ। ਇਹਨਾਂ ਨੇ ਕੀ ਕੀਤਾ, ਉਸੇ ਸੜਕ ਤੇ ਨਾ ਜਿੱਥੇ ਗੱਲਬਾਤ ਹੋਈ ਉਸੇ ਜਰਨੈਲੀ ਸੜਕ ਤੇ ਸ਼ਾਹ ਮਾਰਗ ਤੇ ਖੜੇ ਹੋ ਗਏ ਦੋਵੇਂ ਸਿੱਖ, ਭਾਈ ਬੋਤਾ ਸਿੰਘ ਜੀ ਤੇ ਭਾਈ ਗਰਜਾ ਸਿੰਘ ਜੀ। ਹੁਣ ਕੀ ਕਹਿੰਦੇ, ਜਿਹੜਾ ਵੀ ਗੱਡਾ ਖੋਤਾ ਕੋਈ ਵੀ ਬੋਤਾ ਲੰਘ ਰਿਹਾ ਹੈ ਨਾ ਸਮਾਨ ਲੈ ਕੇ, ਉਹਦੇ ਤੇ ਨਾ ਟੈਕਸ ਲਾਤਾ। ਇਹ ਟੈਕਸ ਹੈ। ਜਦੋਂ ਕੋਈ ਪੁੱਛਦਾ ਹੈ ਵੀ ਇਹ ਕਾਹਦਾ ਟੈਕਸ, ਕਹਿੰਦੇ ਇੱਥੇ ਖਾਲਸੇ ਦਾ ਰਾਜ ਹੈ ਤੇ ਸਿੱਖ ਰਾਜ ਜਿਹੜਾ ਉਹ ਸ਼ੁਰੂ ਹੋ ਗਿਆ। ਉਹ ਕਹਿੰਦੇ ਜੀ ਖਤਮ ਕਰਤਾ, ਇਹ ਦੋਵੇਂ ਕਹਿੰਦੇ ਜੀ ਸਿੱਖ ਰਾਜ ਸ਼ੁਰੂ ਹੋ ਗਿਆ। ਇੱਕ ਬੰਦਾ ਆਇਆ ਜ਼ਕਰੀਆ ਖਾਨ ਵੱਲ, ਉਹਨੇ ਲਾਹੌਰ ਵੱਲ ਜਾਣਾ ਸੀ, ਇਹਨਾਂ ਨੇ ਨਾ ਇੱਕ ਚਿੱਠੀ ਵੀ ਉਹਨੂੰ ਲਿਖ ਕੇ ਦਿੱਤੀ। ਚਿੱਠੀ ਦੇ ਬੋਲ ਸਨ, ਚਿੱਠੀ ਸੁਣੋ ਖਾਨੂ ਕੋਤਾ, ਆਨਾ ਗੱਡਾ ਪੈਸਾ ਖੋਤਾ, ਇਹ ਜਗਾਤ ਲੈ ਸਿੰਘ ਬੋਤਾ, ਹੱਥ ਮੈਂ ਰੱਖਤ ਮੋਟਾ ਸੋਟਾ। ਇਹ ਬੋਤਾ ਸਿੰਘ ਤੇ ਗਰਜਾ ਸਿੰਘ ਇਹ ਜਗਾਤ ਤੇ ਟੈਕਸ ਲੈ ਰਹੇ ਨੇ। ਇਹ ਖਾਨੂ ਸੁਣ, ਖਾਨ ਸੁਣ ਚੰਗੀ ਤਰ੍ਹਾਂ ਕਿ ਇੱਥੇ ਹੁਣ ਸਿੱਖਾਂ ਦਾ ਰਾਜ ਜਿਹੜਾ ਹੈ ਨਾ, ਇਹ ਵੀ ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਇਹ ਵੀ ਇਹਨਾਂ ਨੇ ਮਜ਼ਾਕ ਵਿੱਚ ਨਾ ਇਹ ਗੱਲ ਵੀ ਕਹੀ ਸੀ ਕਿ ਜਾ ਕੇ ਕਿਉਂ ਭਾਬੀ ਖਾਨੋ ਨੂੰ, ਇਹ ਵੀ ਗੱਲ ਕਹੀ ਸੀ ਕਿ ਉਹਨੂੰ ਜਾ ਕੇ ਕਹੋ ਕਿ ਇੱਥੇ ਸਿੱਖਾਂ ਦਾ ਜਿਹੜਾ ਰਾਜ ਹੈ ਉਹ ਸ਼ੁਰੂ ਹੋ ਗਿਆ ਹੈ। ਵੇਖੋ ਇਹ ਸਿੱਧੀ ਚੁਣੌਤੀ ਸੀ, ਸਿੱਧੀ ਇਹ ਚੁਣੌਤੀ ਸੀ ਕਿ ਜਿਹੜੀ ਕਿਹਾ ਗਿਆ ਕਿ ਇੱਥੇ ਸਿੱਖ ਰਾਜ ਹੈ। ਭਾਬੀ ਖਾਨੋ ਨੂੰ ਭਾਬੀ ਵੀ ਕਿਹਾ, ਮਤਲਬ ਮਜ਼ਾਕ ਦੇ ਲਹਿਜੇ ਵਿੱਚ ਹੈ। ਹੁਣ ਖੈਰ ਇਹ ਜਿਹੜੇ ਬੋਲ ਨੇ ਮੈਂ ਫਿਰ ਦੁਬਾਰਾ ਕਵਾਂ, ਚਿੱਠੀ ਸੁਣੋ ਖਾਨੂ ਕੋਤਾ, ਆਨਾ ਗੱਡਾ ਪੈਸਾ ਖੋਤਾ, ਇਹੋ ਜਗਾਤ ਲੈ ਸਿੰਘ ਬੋਤਾ, ਹੱਥ ਮੇ ਰੱਖਤ ਛੋਟਾ ਮੋਟਾ, ਮੇਰਾ ਕਹੀ ਸੁਨੇਹਾ ਜਾਏ, ਭਾਬੀ ਖਾਨੋ ਨੂੰ ਸਮਝਾਏ। ਇਹਨੇ ਭਾਬੀ ਖਾਨੋ ਕਿਹਾ ਸੀ ਹੁਣ ਜ਼ਕਰੀਆ ਖਾਨ ਨੂੰ ਇਹਨਾਂ ਨੇ। ਹੁਣ ਸੁਨੇਹਾ ਦੇਣ ਵਾਲੇ ਨੇ ਸੁਨੇਹਾ ਦਿੱਤਾ ਤੇ 200 ਸਿਪਾਹੀ ਅੱਗੋਂ ਜ਼ਕਰੀਆ ਖਾਨ ਦਾ ਨੇ ਭੇਜੇ, 200 ਦਾ ਦਸਤਾ। ਇਹ ਦਸਤੇ ਨੇ ਨਾ ਜਿੱਥੇ ਸਿੰਘ ਖੜੇ ਸੀ ਆ ਕੇ ਘੇਰਾ ਪਾ ਲਿਆ। ਵੇਖੋ ਧਿਆਨ ਨਾਲ ਇਹ ਸੁਣਿਓ ਇਤਿਹਾਸ। ਵੇਖੋ ਮੈਂ ਹੈਰਾਨ ਹੁੰਨਾ ਕਈ ਵਾਰੀ ਪੜ੍ਹ ਕੇ, ਸਿੰਘ ਏਡੀ ਬਹਾਦਰੀ ਨਾਲ ਇਹ ਦੋਵੇਂ ਸੂਰਮੇ ਲੜੇ ਨਾ। ਪਹਿਲੋਂ ਇਹਨਾਂ ਨੇ ਜਲੀਲ ਵੀ ਕੀਤਾ, ਖੈਰ ਜਿਹੜੀ ਫੌਜ ਆਈ ਸੀ ਉਹਨੂੰ ਜਲੀਲ ਕੀਤਾ ਵੀ ਜੇ ਤੁਸੀਂ ਏਡੇ ਹੀ ਬਹਾਦਰ ਫੌਜ ਦੇ ਸੂਰਮੇ ਹੋ ਤੇ ਆਓ ਕੋਈ ਆਪਣਾ ਜਿਹੜਾ ਸੂਰਬੀਰ ਸਾਡੇ ਵੱਲ ਭੇਜੋ, ਸੂਰਬੀਰ ਆਪਣਾ ਕੋਈ ਬਹਾਦਰ ਸਾਡੇ ਵੱਲ ਭੇਜੋ, ਅੱਜ ਉਹ ਦੇਖਦੇ ਆ ਵੀ ਕਿਹੜਾ ਕਿਹਦੇ ਵਿੱਚ ਜ਼ਿਆਦੀ ਸਮਰੱਥਾ ਹੈ। ਇਹਨਾਂ ਨੇ ਇੱਕ ਇੱਕ ਕਰਕੇ 12 ਜਿਹੜੇ 200 ਦੇ ਵਿੱਚੋਂ 12 ਸਿਪਾਹੀ ਇਹਨਾਂ ਨੇ ਮਾਰਤੇ ਉੱਥੇ। ਇਹ ਗੱਲ ਫਿਰ ਮੈਂ ਦੱਸਾਂ ਕਿ ਇਹਨਾਂ ਕੋਲ ਡੰਡਾ ਹੀ ਏ, ਹੱਥ ਮੈਂ ਰੱਖਤ ਸੋਟਾ ਮੋਟਾ, ਡੰਡੇ ਹੀ ਨੇ ਇਹਨਾਂ ਦੇ ਕੋਲ, ਸ਼ਸਤਰ ਨਹੀਂ ਹੈਗੇ ਕੋਲ ਹੋਰ ਕੋਈ। ਵੈਸੇ ਜਦੋਂ ਗੁਰੂ ਰਹਿਮਤ ਕਰਦਾ ਹੈ ਨਾ, ਗੁਰੂ ਬਖਸ਼ਿਸ਼ ਕਰਦਾ ਹੈ, ਉਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਭੰਗਾਣੀ ਦੇ ਯੁੱਧ ਦੇ ਅੰਦਰ। ਨਿਰਮਲਾ ਸੰਤ ਸੀ ਉਹ ਤੇ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਬਾਰੇ ਲਿਖਿਆ, ਕਿਰਪਾਲ ਚੰਦ ਉਹਦਾ ਨਾਂ ਸੀ, ਕਿਰਪਾਲ ਚੰਦ। ਇਹ ਉੱਥੇ ਇਹਦਾ ਅੱਜ ਵੀ ਉਹਦਾ ਟਿਕਾਣਾ ਬਣਿਆ ਹੋਇਆ ਹੈ। ਜਦੋਂ ਤੁਸੀਂ ਕਿਤੇ ਸਮਾਂ ਮਿਲੇ ਪੌਂਟਾ ਸਾਹਿਬ ਦਰਸ਼ਨ ਕਰਨ ਜਾਓ, ਉਹਦੇ ਹੱਥ ਵਿੱਚ ਵੀ ਕੁਤਕਾ ਸ਼ਬਦ ਵਰਤਿਆ ਗੁਰੂ ਸਾਹਿਬ ਨੇ, ਕੁਤਕਾ ਉਹਦੇ ਹੱਥ ਵਿੱਚ ਵੀ ਡੰਡਾ ਸੀ। ਉਹਨੇ ਵੀ ਇੱਕ ਸੂਰਮੇ ਦੇ ਸਿਰ ਵਿੱਚ ਪਠਾਨ ਦੇ ਮਾਰ ਕੇ ਮਿੱਝ ਕੱਟਤੀ ਸੀ, ਉਹਨੂੰ ਖਤਮ ਕਰਤਾ ਸੀ। ਇਹਨਾਂ ਦੇ ਕੋਲ ਵੀ ਡੰਡਾ ਹੀ ਹੈ। ਕਹਿੰਦੇ 12 ਸਿਪਾਹੀ ਇਹਨਾਂ ਮਾਰਤੇ। ਫਿਰ ਕਹਿੰਦੇ ਵੀ ਚਲੋ ਜੇ ਹੁਣ ਇੱਕ ਇੱਕ ਨਹੀਂ ਤੇ ਦੋ ਦੋ ਭੇਜੋ, ਦੋ ਇੱਕ ਨਾਲ ਦੋ ਲੜਨ ਆਏ। ਕਹਿੰਦੇ 20 ਕੁ ਹੋਰ ਇਹਨਾਂ ਨੇ ਮਾਰਤੇ। ਉਹ ਗੁੱਸੇ ਵਿੱਚ ਆਏ ਵੀ ਇਹ ਤਾਂ ਬੜੇ ਤੇਜ਼ ਨਿਕਲੇ ਸਿੱਖ, ਇਹਨਾਂ ਤੇ ਸਾਡੇ 20-30 ਬੰਦੇ ਮਾਰਤੇ ਇਹਨਾਂ ਨੇ, ਤੇ ਇੱਕੋਦਮ ਉਹਨਾਂ ਨੇ ਹਮਲਾ ਕਰਤਾ। ਫਿਰ ਧਿਆਨ ਨਾਲ ਸੁਣਿਓ, ਇਹਨਾਂ ਦੋਵਾਂ ਨੇ ਨਾ ਆਪਣੀ ਪਿੱਠ ਨਾਲ ਪਿੱਠ ਜੋੜ ਲਈ, ਕੰਡ ਨਾਲ ਕੰਡ ਨਾ ਪਿੱਠ ਨਾਲ ਪਿੱਠ ਜੋੜ ਲਈ ਇਹਨਾਂ ਨੇ ਕਿ ਹਾਂ ਕੋਈ ਪਿੱਛੋਂ ਹਮਲਾ ਨਹੀਂ ਕਰ ਪਾਏਗਾ, ਸਿੱਧੇ ਆਉਣਗੇ। ਬੜੀ ਬਹਾਦਰੀ ਦੇ ਨਾਲ ਇਹ ਦੋਵੇਂ ਸੂਰਬੀਰ ਲੜੇ ਤੇ ਉਸੇ ਨੂਰਦੀਨ ਦੀ ਸਰਾਂ ਵਾਲੇ ਅਸਥਾਨ ਤੇ ਅੱਜ ਦੇ ਦਿਨ ਹੀ ਇਹ 1739 ਦੇ ਅੰਦਰ ਇਹ ਦੋਨੋਂ ਸੂਰਮੇ ਜਿਹੜੇ ਇਹ ਸ਼ਹੀਦ ਹੋਏ। ਅੱਜ ਇਹਨਾਂ ਦਾ ਜਿਹੜਾ ਹੈ ਉਹ ਸ਼ਹੀਦੀ ਦਿਹਾੜਾ ਹੈ। ਤੇ ਤਾਂ ਥੋੜਾ ਜਿਹਾ ਮਨ ਵਿੱਚ ਆਇਆ ਕਿ ਇਹ ਜਿਹੜੀ ਇਤਿਹਾਸ ਦੀ ਵਿਚਾਰ ਇਹ ਤੁਹਾਡੇ ਨਾਲ
ਜ਼ਰੂਰ ਸਾਂਝੀ ਕੀਤੀ ਜਾਏ। ਉਹ ਇਸ ਕਰਕੇ ਕਿ ਜੇ ਇਤਿਹਾਸ ਇਹ ਸਾਂਝਾ ਕਰਾਂਗੇ ਤੇ ਅਸੀਂ ਇਹਨਾਂ ਸ਼ਹੀਦਾਂ ਨੂੰ ਯਾਦ ਰੱਖ ਸਕਾਂਗੇ। ਸੋ ਇਹ ਇੰਨਾ ਕੁ ਇਤਿਹਾਸ ਇਹਨਾਂ ਸਿੰਘਾਂ ਦਾ ਬੜਾ ਬਹਾਦਰੀ ਵਾਲਾ, ਬੜੀ ਸੂਰਬਤਾਈ ਵਾਲਾ ਸੀ, ਜਿੱਥੇ ਜ਼ਕਰੀਆ ਖਾਨ ਇੱਕ ਵਾਰੀ ਦੋ ਵਾਰੀ ਨਹੀਂ, ਇਹ ਬੜੀ ਵਾਰੀ ਹੋਇਆ ਕਿ ਸਿੰਘ ਖਤਮ ਕਰ ਦਿੱਤੇ ਨੇ ਇਸ ਧਰਤੀ ਦੇ ਉੱਤੋਂ। ਖੈਰ ਇਹ ਇਤਿਹਾਸ ਅੱਜ ਦਾ ਸੀ। ਜੇ ਕੋਈ ਕਿਸੇ ਦਾ ਸਵਾਲ ਇਹਦੇ ਨਾਲ ਰਿਲੇਟਡ ਹੈ, ਇਹਦੇ ਨਾਲ ਹੀ ਰਿਲੇਟਡ, ਤੇ ਉਹ ਆਪ ਜੀ ਪੁੱਛ ਸਕਦੇ ਹੋ। ਤੇ ਬਾਕੀ ਮਾਈਕ ਜਿਹੜੇ ਨੇ ਉਹ ਅਨਮਿਊਟ ਕਰ ਦਿਓ। ਹਾਂਜੀ, ਤੁਸੀਂ ਅਨਮਿਊਟ ਕਰਕੇ ਤੇ ਆਪਣਾ ਕੋਈ ਸਵਾਲ ਹੈ ਉਹ ਪੁੱਛ ਸਕਦੇ ਹੋ ਜੀ। ਅਸੀਂ ਇਧਰੋਂ ਸਪੀਕਰ ਔਨ ਕਰ ਦਿੱਤਾ ਹੈ। ਤੇ ਬਾਕੀ ਇਹ ਜਿਹੜਾ ਇਤਿਹਾਸ ਹੈ ਇਹ ਬੜੇ ਸੱਚਮੁੱਚ ਬੜੇ ਕਮਾਲ ਦਾ ਹੈ, ਬੜੀਆਂ ਰਹਿਮਤਾਂ ਵਾਲਾ ਹੈ, ਜਿੱਥੇ ਸਿੱਖਾਂ ਨੇ ਦੱਸ ਦਿੱਤਾ ਕਿ ਅਸੀਂ ਅਜੇ ਤੱਕ ਖਤਮ ਨਹੀਂ ਹੋਏ, ਅਸੀਂ ਅਜੇ ਵੀ ਉਸੇ ਤਰ੍ਹਾਂ ਕਾਇਮ ਹੈ। ਜ਼ੋਰ ਬੜਿਆਂ ਨੇ ਲਾਇਆ ਕਿ ਸਿੱਖ ਖਤਮ ਕਰ ਦਿੱਤੇ ਗਏ ਨੇ, ਪਰ ਸਿੱਖ ਅੱਜ ਵੀ ਉਸੇ ਤਰ੍ਹਾਂ ਕਾਇਮ ਨੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਕੱਲ ਜੋ ਸਵੇਰ ਦੀ ਕਲਾਸ ਹੈ ਉਹ ਉਸੇ ਤਰ੍ਹਾਂ ਹੀ 11:30 ਵਜੇ, ਤੇ ਕੱਲ ਸ਼ਾਮ ਦੀ ਜਿਹੜੀ ਕਲਾਸ ਹੈ ਉਹ 6:30 ਵਜੇ ਹੀ ਲਾਈ ਜਾਏਗੀ। ਤੇ ਨਾਲ ਹੀ ਜਿਹੜੀ ਕਲਾਸ ਆਪਾਂ ਲਗਾ ਰਹੇ ਹਾਂ ਨਾ, ਬਿਲਕੁਲ ਹੂਬਹੂ ਰਿਕਾਰਡਿੰਗ ਇਹਦੀ ਜਿਹੜੀ ਉਹ YouTube ਤੇ ਵੀ ਪਾਈ ਜਾ ਰਹੀ ਹੈ। ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਹਣੀ ਤੁਸੀਂ ਭਰੋਗੇ YouTube ਦੇ ਉੱਪਰ ਤੇ ਉਹ ਆਏਗਾ, ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ, ਤੇ ਸਬਸਕ੍ਰਾਈਬ ਕਰੋਗੇ ਤੇ ਉਸ ਤੋਂ ਬਾਅਦ ਫਿਰ ਇਹ ਮਤਲਬ ਜੇ ਕਿਸੇ ਨੇ ਕਲਾਸ ਮਿਸ ਕਰ ਦਿੱਤੀ ਉੱਥੋਂ ਸੁਣੋ, ਜਾਂ ਜੇ ਤੁਸੀਂ ਕਿਸੇ ਹੋਰ ਨੂੰ ਵੀ ਇਹ ਭੇਜਣਾ ਚਾਹੁੰਦੇ ਹੋ ਤਾਂ ਉੱਥੋਂ ਤੁਸੀਂ ਉਹਨੂੰ ਸ਼ੇਅਰ ਵੀ ਕਰ ਸਕਦੇ ਹੋ। ਸੋ ਚੈਨਲ ਦਾ ਨਾਮ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਹਣੀ। ਸੋ ਤੁਸੀਂ ਅਸੀਂ ਸਵੇਰੇ ਉਹਦੇ ਉੱਪਰ ਖੰਡਾ ਸਾਹਿਬ ਦਾ ਲੋਗੋ ਜਿਹੜਾ ਹੈ ਉਹ ਲੱਗਾ ਹੋਇਆ ਖੰਡੇ ਦਾ, ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਉਸ ਚੈਨਲ ਨੂੰ। ਸੋ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਕੱਲ ਨੂੰ ਫਿਰ ਕਿਸੇ ਦਾ ਕੋਈ ਸਵਾਲ ਹੈ ਆਪਣਾ ਨਾ ਤੁਸੀਂ ਕੈਮਰਾ ਜ਼ਰੂਰ ਔਨ ਕਰੋ। ਜੇ ਕਿਸੇ ਦਾ ਕੋਈ ਸਵਾਲ ਹੈ ਫਿਰ ਤਾਂ ਹੀ ਪਤਾ ਲੱਗਦਾ ਹੈ ਕਿ ਕੋਈ ਸਵਾਲ ਜਿਹੜਾ ਉਹ ਪੁੱਛਣਾ ਚਾਹੁੰਦਾ ਹੈ। ਜੇ ਹੈ ਤੇ ਕੋਈ ਬੋਲੋ, ਆਪਣਾ ਮਾਈਕ ਅਨਮਿਊਟ ਕਰਕੇ। ਹੈਲੋ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ। ਵੀਰ ਜੀ ਤੁਸੀਂ ਕਥਾ ਕੀਤੀ ਸੀ ਚੌਂਕੀਆਂ ਤੇ, ਭੈਣ ਜੀ ਅਰਦਾਸ ਪਹਿਲਾਂ ਤੁਸੀਂ ਚੌਂਕੀਆਂ ਆਪਣਾ ਨਾਮ ਦੱਸੋ ਪਲੀਜ਼ ਪਹਿਲਾਂ। ਕੁਲਵਿੰਦਰ ਕੌਰ ਸੈਣੀ। ਜੀ ਭੈਣ ਜੀ, ਹਾਂਜੀ ਹੁਣ ਬੋਲੋ ਜੀ। ਤੁਸੀਂ ਚੌਂਕੀਆਂ ਤੇ ਕਥਾ ਕੀਤੀ ਸੀ। ਜੀ ਜੀ। 5 ਚੌਂਕੀਆਂ ਸ਼੍ਰੀ ਦਰਬਾਰ ਸਾਹਿਬ ਲੱਗਦੀਆਂ, ਹਾਂਜੀ ਆਸਾ ਦੀ ਵਾਰ, ਬਿਲਾਵਲ ਚੌਂਕੀ, ਚਰਨ ਕਮਲ। ਇਹਨਾਂ ਚੌਂਕੀਆਂ ਦਾ ਕੋਈ ਨਿਰਧਾਰਿਤ ਸਮਾਂ ਹੈਗਾ ਆ? ਜਿੱਦਾਂ ਆਸਾ ਦੀ ਵਾਰ ਸਵੇਰ ਨੂੰ ਲੱਗਦੀ ਆ, ਸੋਦਰ ਦੀ ਸ਼ਾਮਾਂ ਨੂੰ ਲੱਗਦੀ ਆ, ਬਾਕੀ ਭੈਣ ਚੌਂਕੀਆਂ ਜੀ ਦਾ ਕੋਈ ਵੇਖੋ, ਨਿਰਧਾਰਿਤ ਕੀਰਤਨ ਸਮਾਂ? ਜਿਹੜਾ ਨਾ ਦਰਬਾਰ ਸਾਹਿਬ ਉਹ ਸਰਦੀਆਂ ਵਿੱਚ 19 ਘੰਟੇ ਤੇ ਗਰਮੀਆਂ ਵਿੱਚ 21 ਘੰਟੇ ਹੁੰਦਾ। ਸਰਦੀ ਤੇ ਗਰਮੀਆਂ ਵਿੱਚ ਗਰਮੀ 19 ਦੇ ਹਿਸਾਬ ਘੰਟੇ ਨਾਲ ਨਾ ਥੋੜਾ ਥੋੜਾ ਟਾਈਮ ਜਿਹੜਾ ਹੈ ਉਹ ਫਿਰ ਚੇਂਜ ਏਦਾਂ ਹੁੰਦਾ ਹੈ। ਸਰਦੀ ਵਿੱਚ 19 ਘੰਟੇ ਤੇ ਜੇ 21 ਘੰਟੇ ਹੋਏਗਾ, ਗਰਮੀ ਵਿੱਚ ਫਿਰ ਉਹ ਟਾਈਮ ਥੋੜਾ ਥੋੜਾ ਚੇਂਜ ਹੁੰਦਾ ਹੈ। ਬਟ ਇਹ ਆ ਕਿ ਇਹਦੇ ਲਈ ਆਸਾ ਦੀ ਵਾਰ ਦਾ ਆਪਾਂ ਨੂੰ ਪਤਾ ਹੀ ਹੈ ਸਵੇਰੇ ਆ, ਸੋਦਰ ਦਾ ਵੀ ਹਾਂਜੀ ਟਾਈਮ ਆਪਾਂ ਨੂੰ ਪਤਾ ਹੈ। ਬਾਕੀ ਹਾਂਜੀ ਜਿਹੜੀਆਂ ਹਾਂਜੀ ਜਿਹੜੇ ਨਾ ਇਹ ਰਾਗਾਂ ਦੇ ਹਿਸਾਬ ਨਾਲ ਹੈ, ਚਰਨ ਕਮਲ ਦੁਪਹਿਰ ਦਾ ਟਾਈਮ ਹੈ, ਤੇ ਦੁਪਹਿਰ ਦਾ ਉਸ ਤੋਂ ਬਾਅਦ ਬਿਲਾਵਲ ਰਾਤ ਦਾ, ਇਸ ਤਰ੍ਹਾਂ ਕਰਕੇ ਇਹ ਆ। ਤੇ ਬਾਕੀ ਜਿਹੜਾ ਹੈ ਉਹ ਕਲਿਆਣ ਸਰਦੀ ਤੇ ਦੀ ਚੌਂਕੀ ਦਾ, ਟਾਈਮ ਚੇਂਜ ਹੁੰਦਾ ਹੈ। ਕਲਿਆਣ ਦੀ ਚੌਂਕੀ ਦਾ ਸਮਾਂ ਕੁਛ? ਕਲਿਆਣ ਦੀ ਚੌਂਕੀ ਦਾ ਸਮਾਂ ਰਾਤ ਦਾ ਹੈ ਜੀ, ਕਿਉਂਕਿ ਕਲਿਆਣ ਜਿਹੜਾ ਰਾਗ ਹੈ ਨਾ ਇਹ ਰਾਤ ਨੂੰ ਪੜਿਆ ਜਾਣ ਵਾਲਾ। ਜਿਵੇਂ ਅਸੀਂ ਲਾਵਾਂ ਸਾਡੀਆਂ ਅਸੀਂ ਕਿਉਂ ਕਹਿੰਦੇ ਆ ਕਿ ਲਾਵਾਂ ਦਾ ਜਿਹੜਾ ਉਹ 12 ਵਜੇ ਤੋਂ ਪਹਿਲਾਂ ਹੋਣੀ ਆ, ਕਿਉਂਕਿ ਸੂਹੀ ਰਾਗ ਵਿੱਚ ਲਾਵਾਂ ਨੇ ਤੇ ਉਹਦਾ ਟਾਈਮ ਹੀ 12 ਵਜੇ ਤੋਂ ਪਹਿਲਾਂ ਆਉਂਦਾ। ਇਸ ਕਰਕੇ ਕਿਹਾ ਜਾਂਦਾ ਹੈ ਕਿ ਕਲਿਆਣ ਦਾ ਜਿਹੜਾ ਰਾਗ ਦਾ ਪੜਨ ਦਾ ਸਮਾਂ ਹੀ ਰਾਤ ਦਾ ਹੈ। ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਗੱਲ ਕਲੀਅਰ ਨਾਲ ਕਰਦਾ ਜਾਵਾਂ ਕਿ ਜਿਹੜਾ ਆਸਾ ਹੈ ਨਾ, ਆਸਾ ਰਾਗ, ਹਾਂਜੀ ਹਾਂਜੀ ਆਸਾ ਰਾਗ ਜਿਹੜਾ ਹੈ, ਆਸਾ ਦੀ ਵਾਰ ਵੀ ਆਸਾ ਰਾਗ ਵਿੱਚ ਹੈ, ਹਾਂਜੀ ਤੇ ਉਧਰ ਜਿਹੜੀ ਹੈ ਉਹ ਵੀ ਆਸਾ ਰਾਗ ਦੇ ਵਿੱਚ ਹੀ ਕੀਤੀ ਜਾਂਦੀ ਹੈ। ਸੋਦਰ ਵੀ ਸ਼ਾਮ ਨੂੰ ਤੇ ਸਵੇਰ ਦਾ, ਉਹਦੇ ਲਈ ਪਰ ਥੋੜਾ ਜਿਹਾ ਫਰਕ ਹੈ। ਤੁਸੀਂ ਜਦੋਂ ਰਾਗਾਂ ਨੂੰ ਪੜ੍ਹੋਗੇ ਨਾ ਤੇ ਤੁਹਾਨੂੰ ਇਸ ਗੱਲ ਦੀ ਸਮਝ ਆਏਗੀ, ਜਿਹੜਾ ਆਸਾ ਦੀ ਵਾਰ ਵਿੱਚ ਆਸਾ ਰਾਗ ਪੜਿਆ ਜਾਂਦਾ ਹੈ ਨਾ, ਉਹ ਥੱਲਿਓਂ ਉੱਪਰ ਨੂੰ ਪੜਿਆ ਜਾਂਦਾ ਹੈ।
ਥੱਲਿਓਂ ਆਵਾਜ਼ ਉੱਪਰ ਨੂੰ ਜਾਂਦੀ ਹੈ। ਤੁਸੀਂ ਹੁਣ ਹਾਂਜੀ। ਦਰਬਾਰ ਸਾਹਿਬ ਤੋਂ ਕੀਰਤਨ ਧਿਆਨ ਨਾਲ ਸੁਣਿਓ ਇਸ ਚੀਜ਼ ਨੂੰ, ਸਵੇਰੇ ਆਸਾ ਦੀ ਵਾਰ ਵੀ ਤੇ ਸ਼ਾਮ ਨੂੰ ਸੋਧਰ ਦੀ ਜਿਹੜੀ ਚੌਂਕੀ ਹੋ। ਹਾਂਜੀ। ਆਸਾ ਦੀ ਵਾਰ ਵਿੱਚ ਆਵਾਜ਼ ਥੱਲਿਓਂ ਉੱਪਰ ਨੂੰ ਜਾਂਦੀ ਹੈ ਤੇ ਸੋਧਰ ਦੇ ਵਿੱਚ ਉੱਪਰੋਂ ਥੱਲੇ ਨੂੰ ਜਾਂਦੀ ਹੈ। ਇਹ ਆਸਾ ਦਾ ਰੂਲ ਹੈ, ਆਸਾ ਰਾਗ ਦਾ। ਤੇ ਇਸ ਕਰਕੇ ਜਿਵੇਂ ਕਲਿਆਣ ਹੈ, ਇਹ ਰਾਤ ਨੂੰ ਹੀ ਪੜਿਆ ਜਾਂਦਾ ਹੈ। ਇਹਦਾ ਰਾਗ ਦਾ ਸਮਾਂ ਹੀ ਰਾਤ ਦਾ ਹੈ। ਖੈਰ ਮੈਂ ਰਾਗਾਂ ਦੀ ਇੰਨੀ ਡਿਟੇਲ ਮੈਨੂੰ ਨਹੀਂ ਆ, ਪਰ ਥੋੜੀ ਜਿਹੀ ਜਿੰਨੀ ਕੋਈ ਨੌਲੇਜ ਹੈ ਉਹਦੇ ਬਾਰੇ ਮੈਂ ਆਪ ਜੀ ਨੂੰ ਦੱਸ ਰਿਹਾ। ਥੈਂਕ ਯੂ, ਜੀ ਧੰਨਵਾਦ। ਹੋਰ ਕੁਝ? ਨਹੀਂ ਬਸ ਠੀਕ ਹੈ ਜੀ, ਕਿਸੇ ਹੋਰ ਦਾ ਕੋਈ ਸਵਾਲ ਹੋਵੇ? ਠੀਕ ਹੈ ਜੀ, ਫਿਰ ਕੋਈ ਕਿਸੇ ਦਾ ਸਵਾਲ ਹੋਵੇ ਤਾਂ ਤੁਸੀਂ ਮੈਸੇਜ ਵੀ ਕਰ ਸਕਦੇ ਹੋ, WhatsApp ਵੀ ਕਰ ਸਕਦੇ ਹੋ। ਸੋ ਇੰਨੀਆਂ ਕੁ ਬੇਨਤੀਆਂ ਅੱਜ ਆਪ ਜੀ ਨੇ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।